ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਪੰਜਾਬ ਦੀਆਂ ਖਾਸ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਇਹਨਾਂ ਖਬਰਾਂ ਦੇ ਵਿੱਚ ਚਰਚਾਵਾਂ ਕਿਸਾਨਾਂ ਨੂੰ ਆਏ ਸੱਦੇ ਪੱਤਰ ਦੇ ਉੱਤੇ ਵੀ ਨੇ, ਉਸ ਦੇ ਨਾਲ ਹੀ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਸ਼ੰਭੂ ਮੋਰਚੇ ਦੇ ਵਿੱਚ ਸੁਖਦੇਵ ਢੀਂਡਸਾ ਪਹੁੰਚੇ ਨੇ, ਉਸ ਤੇ ਵੀ ਚਰਚਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ CBI ਦੇ ਪੰਜਾਬ ਦੇ ਵਿੱਚ ਆਉਣ ਦੇ ਉੱਤੇ ਇੱਕ ਤਰ੍ਹਾਂ ਦੀ ਰੋਕ ਲਾਈ ਗਈ ਆ, ਉਸ ਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਘਰੇ ਕਪਿਲ ਸ਼ਰਮਾ ਪਹੁੰਚੇ ਨੇ, ਉਸ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਨੇ। ਇਹ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਡੱਲਾ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਚਰਚਾ ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਖਬਰ ਚੱਲਦੇ ਹਾਂ CBI ਦੇ ਵੱਲ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ CBI ਦੇ ਉੱਤੇ ਰੋਕ ਲਾ ਦਿੱਤੀ ਹੈ, ਭਾਵ ਕਿ ਬਿਨਾਂ ਇਜਾਜ਼ਤ ਤੋਂ CBI ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦੀ ਜਾਂਚ ਨਹੀਂ ਕਰ ਸਕਦੀ। ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਪੰਜਾਬ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਜੀ ਕਿ CBI ਨੂੰ ਪਹਿਲਾਂ ਸੂਬੇ ਦੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ, ਸਹਿਮਤੀ ਲੈਣੀ ਪਊਗੀ। ਸੂਬੇ 'ਚ ਅਗਰ ਕਿਸੇ ਵੀ ਤਰ੍ਹਾਂ ਦੀ CBI ਨੇ ਕਾਰਵਾਈ ਕਰਨੀ ਹੈ, ਕਿਸੇ ਕੇਸ ਦੀ ਜਾਂਚ ਕਰਨ ਆਉਣਾ ਹੈ। ਹੁਣ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਫੈਸਲੇ ਤੋਂ ਪਹਿਲਾਂ ਸਾਡੇ ਮੁਲਕ ਦੇ ਵਿੱਚ 7 ਸਰਕਾਰਾਂ ਇਹ ਫੈਸਲਾ ਲੈ ਚੁੱਕੀਆਂ ਨੇ ਜੀ। 7 ਸਰਕਾਰਾਂ, ਮੈਂ ਉਹਨਾਂ ਦੇ ਨਾਮ ਵੀ ਦੱਸ ਦਿੰਦਾ। ਰਾਜਸਥਾਨ ਦੀ ਸਰਕਾਰ, ਉੱਥੇ ਕਾਂਗਰਸ ਦੀ ਗਵਰਨਮੈਂਟ ਹੈ, ਉਹਨਾਂ ਨੇ ਫੈਸਲਾ ਲਿਆ। ਸਿੱਕਮ ਦੇ ਵਿੱਚ, ਤ੍ਰਿਪੁਰਾ ਦੇ ਵਿੱਚ, ਇਹ ਦੋਨੇ ਸਰਕਾਰਾਂ ਫੈਸਲਾ ਲੈ ਚੁੱਕੀਆਂ ਨੇ। ਜਿਨ੍ਹਾਂ ਨੇ ਸਬਜ਼ੀਆਂ ਦਾ MSP ਬਣਾਇਆ ਹੁਣੇ ਕੇਰਲਾ ਵੱਲੋਂ ਵੀ ਇਹ ਫੈਸਲਾ ਲਿਆ ਗਿਆ। ਪੱਛਮੀ ਬੰਗਾਲ, ਬੀਬੀ ਮਮਤਾ ਬਨਰਜੀ ਵਾਲੀ ਗਵਰਨਮੈਂਟ ਹੈ, ਉਹਨਾਂ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਕਿ ਸਾਡੇ ਨਹੀਂ ਆ ਸਕਦੀ CBI ਬਿਨਾਂ ਮਨਜ਼ੂਰੀ ਤੋਂ। ਮਹਾਰਾਸ਼ਟਰ 'ਚ ਜਿੱਥੇ ਸ਼ਿਵ ਸੈਨਾ ਦੀ ਸਰਕਾਰ ਹੈ, ਤੇ ਇਸੇ ਤਰ੍ਹਾਂ ਛੱਤੀਸਗੜ੍ਹ ਜਿੱਥੇ ਕਾਂਗਰਸ ਦੀ ਰਮਨ ਸਿੰਘ ਦੀ ਸਰਕਾਰ ਹੈ। ਹੁਣ ਪੰਜਾਬ ਦਾ ਨਾਮ ਵੀ ਇਹਦੇ 'ਚ ਸ਼ਾਮਿਲ ਹੋ ਗਿਆ। ਅਸਲ 'ਚ ਕੀ ਹੈ, ਦੇਖੋ, ਪੰਜਾਬ ਦਾ 10,000 ਕਰੋੜ GST ਦਾ ਬਕਾਇਆ ਪਿਆ ਹੈ ਜੀ ਕੇਂਦਰ ਵੱਲ। ਪੱਖਪਾਤੀ ਰਵੱਈਆ ਕੇਂਦਰ ਦਾ। ਕਈ ਸੂਬਿਆਂ ਨੂੰ, ਮਹਾਰਾਸ਼ਟਰ ਵਰਗੇ ਸੂਬੇ ਨੂੰ ਵੀ GST ਦਾ ਪੈਸਾ ਦੇਈ ਜਾਂਦਾ ਹੈ। BJP ਦੀ ਸਰਕਾਰ ਨੂੰ ਪਤਾ ਹੈ, ਕੇਂਦਰ ਵਾਲੀ ਨੂੰ, ਕਿ ਪੰਜਾਬ ਕੋਲੇ ਵਿੱਤੀ ਸਾਧਨ ਘੱਟ ਨੇ। ਸਾਡੀ ਆਰਥਿਕਤਾ ਜਾਂ ਖੇਤੀ ਤੇ ਹੈ ਜਾਂ ਟੈਕਸਾਂ ਤੇ ਹੈ ਜੀ। ਉਦਯੋਗ ਨਾਲ ਸਾਨੂੰ ਜ਼ਿਆਦਾ ਟੈਕਸ ਆਉਂਦੇ ਆ। ਹੁਣ ਨਰਿੰਦਰ ਮੋਦੀ ਦੀ ਸਰਕਾਰ ਸਾਡਾ 10,000 ਕਰੋੜ GST ਸਾਡਾ ਦਿੱਤਾ ਹੋਇਆ ਵਾਪਸ ਨਹੀਂ ਮੋੜ ਰਹੀ, ਜੀ ਪੱਖਪਾਤ ਹੈ ਜੀ। ਤੇ ਰੇਲਾਂ ਬੰਦ ਕਰਤੀਆਂ ਕਿਸਾਨ ਅੰਦੋਲਨ 'ਚ। ਕਿਸਾਨ ਕਹਿੰਦੇ ਅਸੀਂ ਮਾਲ ਗੱਡੀਆਂ ਚਲਾਓ, ਸਾਨੂੰ ਕੋਈ ਇਤਰਾਜ਼ ਨਹੀਂ। ਸ਼ਰਤ ਲਾਤੀ ਵੀ ਤੁਸੀਂ ਪੈਸੇਂਜਰ ਯਾਤਰੀ ਵੀ ਚੱਲਣ ਦਿਓ ਤਾਂ ਚਲਾਵਾਂਗੇ। ਭਾਵ ਕਿ ਕੇਂਦਰ ਕਿਤੇ ਨਾ ਕਿਤੇ ਪੱਖਪਾਤ ਕਰ ਰਿਹਾ ਪੰਜਾਬ 'ਚ। ਜੀ। ਤੇ ਹੁਣ ਇਹ ਵੀ ਖਤਰੇ ਨੇ। ਦੇਖੋ, ਕੈਪਟਨ ਨੇ ਸੋਧ ਬਿੱਲ ਪਾਸ ਕੀਤੇ ਖੇਤੀ ਕਾਨੂੰਨਾਂ ਦੇ, ਫਿਰ ਇਨਕਮ ਟੈਕਸ ਦੇ ਨੋਟਿਸ ਆ ਗਏ, ED ਦੇ ਨੋਟਿਸ ਆ ਗਏ। ਸੋ ਕਿਤੇ ਨਾ ਕਿਤੇ ਟਾਈਮਿੰਗ ਨੂੰ ਲੈ ਕੇ ਸਵਾਲ ਤਾਂ ਖੜੇ ਹੁੰਦੇ ਨੇ ਨਾ ਜੀ। ਸੋ ਇਸ ਕਰਕੇ ਕੈਪਟਨ ਅਮਰਿੰਦਰ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਜੇ CBI ਪੰਜਾਬ 'ਚ ਆਊਗੀ ਤੇ ਮਨਜ਼ੂਰੀ ਲਊਗੀ ਸੂਬਾ ਸਰਕਾਰ ਦੀ, ਮੈਨੂੰ ਲੱਗਦਾ ਹੈ ਇਹ ਫੈਸਲਾ ਵਕਤ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਜੀ। ਔਰ ਅਜਿਹੇ ਫੈਸਲੇ ਇਸ ਕਰਕੇ ਵੀ ਜ਼ਰੂਰੀ ਹੈ ਤਾਂ ਕਿ ਕੇਂਦਰ ਨਿਰਪੱਖਤਾ ਵਾਲੇ ਪਾਸੇ ਚੱਲੇ। ਬਾਕੀ 7 ਸੂਬਿਆਂ ਨੇ ਵੀ, ਦੇਖੋ, ਹੁਣ ਤੁਸੀਂ ਗੱਲ ਹੋਰ ਦੇਖੋ, ਜਿੰਨੇ ਗੈਰ BJP ਵਾਲੇ ਸੂਬੇ ਨੇ ਉਹਨਾਂ ਨੇ ਇਹ ਫੈਸਲੇ ਕੀਤੇ ਨੇ ਜੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਦੂਜੇ ਸੂਬਿਆਂ ਦੇ ਨਾਲ ਵੀ ਪੱਖਪਾਤ ਹੁੰਦਾ ਹੋਣਾ ਹੈ। ਕੇਂਦਰ ਦੀ ਸਰਕਾਰ ਕਿਤੇ ਨਾ ਕਿਤੇ, ਦੇਖੋ, CBI ਬਾਰੇ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਸੀ, ਹਾਂਜੀ, ਤੋਤਾ ਕਿਹਾ ਸੀ। ਕੀ ਕਿਹਾ ਸੀ? ਤੋਤਾ। ਹੁਣ ਸੁਪਰੀਮ ਕੋਰਟ ਵਰਗੀ ਸਾਡੀ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਹੈ, ਸਾਡੀ ਸਭ ਤੋਂ ਵੱਡੀ, ਮੈਂ ਮੰਨਦਾ, ਰਾਸ਼ਟਰਪਤੀ ਤੋਂ ਬਰਾਬਰ ਦੀ ਤਾਕਤ ਹੀ ਮੈਂ ਕਹੂੰਗਾ। ਚਲੋ, ਰਾਸ਼ਟਰਪਤੀ ਮੁਖੀ ਹੁੰਦੇ ਸਾਰਿਆਂ ਦੇ ਜੀ। ਸੋ ਮੈਂ ਸਰਕਾਰ ਦੇ ਬਰਾਬਰ ਸਮਝਦਾ। ਇੱਕ ਪਾਸੇ ਸਾਡੇ ਦੇਸ਼ ਦੀ ਸਰਕਾਰ ਤੇ ਇੱਕ ਪਾਸੇ ਸਾਡੀ ਸੁਪਰੀਮ ਕੋਰਟ, ਬਰਾਬਰ ਦੀ ਤਾਕਤ ਹੈ ਜੀ। ਹਾਂਜੀ, 4 ਹੀ ਚੱਕੇ ਨੇ ਸਾਡੇ ਮੁਲਕ 'ਚ, ਬਿਲਕੁਲ, ਡੈਮੋਕ੍ਰੇਸੀ ਦੇ। ਸੋ ਹੁਣ ਸੁਪਰੀਮ ਕੋਰਟ ਨੇ ਕਹਿਤਾ ਸੀ CBI ਨਿਰਪੱਖ ਨਹੀਂ ਜਦੋਂ ਰਹੀ ਵੀ, ਇਹ ਤਾਂ ਤੋਤੇ ਦੀ ਤਰ੍ਹਾਂ ਕੰਮ ਕਰ ਰਹੀ ਹੈ ਜੀ। ਵੀ ਰੱਟੀ ਰਟਾਈ ਗੱਲ ਕਰਦੀ ਹੈ, ਜੋ ਤੋਤੇ ਨੂੰ ਸਿਖਾ ਦਿਓ, ਜੋ ਤੋਤੇ ਨੂੰ ਸਿਖਾ ਦਿਓ ਤੋਤਾ ਉਹੀ ਬੋਲਦਾ। ਭਾਵ ਕਿ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ CBI ਦੀ ਦੁਰਵਰਤੋਂ ਕਰਦੀਆਂ ਨੇ। CBI ਵੀ ਇੱਕ ਤਰੀਕੇ ਦੀ ਪੁਲਿਸ ਹੈ। ਆ ਸੂਬੇ ਸਰਕਾਰਾਂ ਪੁਲਿਸਾਂ ਦੀ ਦੁਰਵਰਤੋਂ ਕਰਦੀਆਂ ਨੇ। ਆ ਮੰਤਰੀ ਵੀ ਦੁਰਵਰਤੋਂ ਕਰਦੇ ਨੇ। ਮੰਤਰੀ ਤਾਂ SHO ਥਾਣੇਦਾਰ ਦੀ ਵੀ ਦੁਰਵਰਤੋਂ ਕਰ ਦਿੰਦੇ। ਹਾਜ਼ਰੀ ਭਰਨੀ ਪੈਂਦੀ ਹੈ ਅਫਸਰਾਂ ਨੂੰ ਮੰਤਰੀਆਂ ਦੇ ਘਰੇ ਜਾ ਕੇ ਬਿਨਾਂ ਵਜ੍ਹਾ। ਬਿਲਕੁਲ। ਤੇ ਮੰਤਰੀ ਆਪਣੀ ਪਾਰਟੀ ਦੇ ਹਾਈ ਕਮਾਂਡ ਕੋਲੇ ਹਾਜ਼ਰੀ ਭਰਦੇ ਆ ਜਾ ਕੇ ਬਿਨਾਂ ਵਜ੍ਹਾ ਜੀ। ਇਹ ਚੇਨ ਹੈ ਇੱਕ। ਸੋ CBI ਕੇਂਦਰ ਦੇ ਅਧੀਨ ਹੈ। ਫਿਰ ਜਿੱਥੇ ਕਿਸੇ ਨਾਲ ਮਾੜਾ ਮੋਟਾ ਨਾਰਾਜ਼ਗੀ ਕੱਢਣੀ ਹੁੰਦੀ ਹੈ ਪੋਲੀਟੀਕਲ ਪਾਰਟੀਆਂ ਨੇ, ਆ CBI ਵਾਲੇ ਬੰਦੇ ਭੇਜ ਦਿੰਦੇ ਆ ਉਹ ਜੀ। ਇਸੇ ਤਰ੍ਹਾਂ ਸੂਬਿਆਂ 'ਚ ਆਪਾਂ ਦੇਖਦੇ ਹਾਂ, ਕਿਸੇ ਨੇ ਕੋਈ ਨਾਰਾਜ਼ਗੀ ਕੱਢਣੀ ਹੁੰਦੀ ਹੈ ਤੇ ਪੁਲਿਸ ਭੇਜ ਦਿੰਦੇ ਜੀ। ਹਾਂਜੀ, ਪੁਲਿਸ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਉਹਦੀ ਵੀ ਇੱਕ ਕਾਨੂੰਨੀ ਪ੍ਰਕਿਰਿਆ, ਪਰ ਉੱਥੇ ਪੁਲਿਸ ਨੂੰ ਕਾਨੂੰਨੀ ਪ੍ਰਕਿਰਿਆ ਕਰਨ ਥੋੜੀ ਦਿੱਤਾ ਜਾਂਦਾ ਨਾ ਜਦੋਂ ਪਿੱਛੇ ਸਰਕਾਰ ਬੈਠੀ ਹੁੰਦੀ ਜੀ।
ਹੁਣ ਮਹਾਰਾਸ਼ਟਰ 'ਚ ਜਦੋਂ ਸਰਕਾਰ ਨੇ ਹੁਕਮ ਦਿੱਤਾ, ਇਸੇ ਤਰ੍ਹਾਂ ਜੇ ਕੇਂਦਰ ਦੀ ਸਰਕਾਰ ਸੀਬੀਆਈ ਨੂੰ ਹੁਕਮ ਦੇ ਦੇ ਤੇ ਸੀਬੀਆਈ ਨੂੰ ਸਭ ਕੁਝ ਕਰਨਾ ਪੈਂਦਾ। ਤਾਂ ਹੀ ਤੋਤਾ ਕਿਹਾ ਸੀ ਸੁਪਰੀਮ ਕੋਰਟ ਨੇ ਵੀ ਸਰਕਾਰਾਂ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਸੋ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਨਿਰਪੱਖਤਾ ਦੇ ਨਾਲ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਅਫਸਰ ਸਾਨੂੰ ਘੈਂਟ ਚਾਹੀਦੇ ਨੇ, ਇਹਨਾਂ ਏਜੰਸੀਆਂ 'ਚ ਅਫਸਰ ਇਹੋ ਜਿਹੇ ਚਾਹੀਦੇ ਨੇ ਵੀ ਜਿਹੜੀ ਮਰਜ਼ੀ ਸਰਕਾਰ ਜੋ ਮਰਜ਼ੀ ਕਹਿ ਲੇ, ਅਫਸਰ ਦਾ ਕੋਈ ਕੀ ਕਰ ਲੂ ਜੀ, ਬਦਲੀ ਕਰ ਦੂ ਨਾ, ਵੀ ਦਿੱਲੀ ਨਹੀਂ ਤਾਂ ਫਿਰੋਜ਼ਪੁਰ ਲਾ ਦੇਣਗੇ ਜੀ, ਜੰਮੂ ਕਸ਼ਮੀਰ ਲਾ ਦੇਣਗੇ, ਹੈ ਜੀ। ਫਿਰ ਉਹੀ ਗੱਲ ਆ ਗਈ ਵੀ ਤਾਰਾ ਵੀ ਤਾਂ ਲਾਹੌਰ ਗਿਆ ਸੀ ਨਾ ਜੀ, ਗੁਰਦਾਸਪੁਰ ਵੀ ਆਊ ਤਾਰਾ। ਸੋ ਅਫਸਰ ਹੈ ਜਿਹੜਾ ਉਹਨਾਂ ਨੂੰ ਆਪਣੇ ਸਟੈਂਡ ਤੇ ਇਮਾਨਦਾਰੀ ਵਾਲੇ ਤੇ ਕਾਇਮ ਰਹਿਣਾ ਚਾਹੀਦਾ ਹੈ। ਅਗਰ ਅਫਸਰ ਕਾਇਮ ਨੇ ਤਾਂ ਕਿਸੇ ਮੰਤਰੀ ਸੰਤਰੀ ਦੀ ਜ਼ਰੂਰਤ ਨਹੀਂ ਵੀ ਉਹਨਾਂ ਦਾ ਕੁਝ ਵਿਗਾੜ ਦੇ ਜੀ। ਸੋ ਅਫਸਰਾਂ ਨੂੰ ਵੀ ਸਟੈਂਡ ਲੈਣਾ ਪੈਣਾ ਹੈ। ਸੀਬੀਆਈ ਦੇ ਅਫਸਰਾਂ ਨੂੰ ਵੀ ਅਗਰ ਕੋਈ ਵੀ ਸਰਕਾਰ ਉਹਨਾਂ ਨੂੰ ਗਲਤ ਕੰਮ ਕਰਨ ਨੂੰ ਕਹਿੰਦੀ ਹੈ, ਉਹ ਸਪਸ਼ਟ ਨਾ ਕਰ ਦੇਣ, ਸੀਬੀਆਈ ਫਿਰ ਸਾਫ਼ ਹੋ ਜੂ। ਜੀ, ਫਿਰ ਸੂਬੇ ਦੇ ਜਿਹੜੇ ਸੂਬੇ ਨੇ ਉਹ ਨਹੀਂ ਰੋਕ ਲਾਉਣਗੇ ਕਿਸੇ ਤਰ੍ਹਾਂ ਦੀ। ਉੱਦਾਂ ਸਾਨੂੰ ਆਸ ਸੀਬੀਆਈ ਤੋਂ ਬਹੁਤ ਹੁੰਦੀ ਹੈ। ਸਭ ਤੋਂ ਵੱਡੀ ਏਜੰਸੀ ਹੈ ਸਾਡੇ ਦੇਸ਼ ਦੀ ਸੀਬੀਆਈ। ਤਾਂ ਹੀ ਲੋਕ ਜਦੋਂ ਇਨਸਾਫ ਨਹੀਂ ਮਿਲਦਾ ਕਹਿ ਦਿੰਦੇ ਨੇ ਸੀਬੀਆਈ ਤੋਂ ਜਾਂਚ ਕਰਾਓ। ਜੀ, ਪਰ ਜਿੱਥੇ ਗੱਲ ਪੋਲੀਟੀਕਲ ਲੋਕਾਂ ਦੇ ਕਨੈਕਸ਼ਨ ਦੀ ਆ ਜਾਂਦੀ ਹੈ, ਉੱਥੇ ਸੀਬੀਆਈ ਥੋੜੀ ਜਿਹੀ ਮੱਠੀ ਪੈ ਜਾਂਦੀ ਹੈ। ਬਿਲਕੁਲ, ਇਹ ਇਤਿਹਾਸ ਹੈ, ਰਿਕਾਰਡ ਹੈ ਜਿਹੜਾ ਸੀਬੀਆਈ ਦਾ। ਸਕਸੈਸ ਰੇਟ ਸੀਬੀਆਈ ਦੇ ਕੇਸਾਂ ਦੀ ਬਹੁਤ ਹੀ ਜ਼ਿਆਦਾ ਨਹੀਂ ਇਸੇ ਕਰਕੇ। ਜੀ, ਪਰ ਸਾਡੀ ਏਜੰਸੀ ਬਹੁਤ ਵੱਡੀ ਹੈ ਸੀਬੀਆਈ। ਸੋ ਜਿਵੇਂ ਕਈ ਵਾਰੀ ਲੰਮਾ ਸਮਾਂ ਸਾਨੂੰ ਸਾਡੇ ਜਿਹੜੇ ਸਾਧਨ ਨੇ ਉਹਨਾਂ ਨੂੰ ਅਸੀਂ ਨਹੀਂ ਵਰਤਦੇ, ਉਹ ਖਰਾਬ ਹੁੰਦੇ ਆ। ਸੋ ਬਹੁਤ ਲੰਮਾ ਸਮਾਂ ਜਿਹੜੀਆਂ ਇਹ ਏਜੰਸੀਆਂ ਨੇ ਸਾਡੀਆਂ ਦੁਰਵਰਤੋਂ ਨਾਲ ਖਰਾਬ ਹੋਈਆਂ ਨੇ, ਇਹਨਾਂ ਦੀ ਇਮੇਜ ਖਰਾਬ ਹੋਈ ਹੈ। ਕੋਈ ਵੀ ਸਰਕਾਰ ਹੋਵੇ ਕੇਂਦਰ 'ਚ, ਜ਼ਰੂਰੀ ਨਹੀਂ ਕਿ ਅੱਜ ਬੀਜੇਪੀ ਦੀ ਸਰਕਾਰ ਹੈ। ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਸੀ, ਕਾਂਗਰਸ ਦੀਆਂ ਸਰਕਾਰਾਂ ਸੀ, ਨਰਸਿਮਹਾ ਰਾਓ ਦੀ ਸਰਕਾਰ ਸੀ, ਹਰ ਸਰਕਾਰ ਤੇ ਇਲਜ਼ਾਮ ਲੱਗਦੇ ਆ ਸੀਬੀਆਈ ਦੇ। ਜੀ। ਤੇ ਡਿੱਲਰ ਜੀ, ਇਸ ਦੇ ਨਾਲ ਹੀ ਬੀਤੇ ਲੰਬੇ ਸਮੇਂ ਤੋਂ ਮੈਂ ਕਹਿੰਦਾ ਜਦੋਂ ਕੱਲ ਤੋਂ ਇਸ ਚੀਜ਼ ਦਾ ਆਇਆ ਸੀ ਕਿ ਕਿਸਾਨਾਂ ਨੂੰ ਸੱਦਾ ਆ ਚੁੱਕਿਆ ਹੈ ਕੇਂਦਰ ਦੇ ਵੱਲੋਂ, ਇੱਕ ਰਿਟਨ ਨੋਟਿਸ ਦੀ ਗੱਲ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਸਾਨੂੰ ਲਿਖ ਕੇ ਪੱਤਰ ਭੇਜਿਆ ਜਾਵੇ, ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਾਂਗੇ। ਹੁਣ ਉਹ ਲਿਖਤੀ ਪੱਤਰ ਵੀ ਕਹਿੰਦੇ ਆ ਚੁੱਕਿਆ ਹੈ। ਲਿਖਤੀ ਪੱਤਰ ਦੇ ਵਿੱਚ 29 ਕਿਸਾਨ ਜਥੇਬੰਦੀਆਂ ਦੇ ਨਾਮ ਨੇ ਜਿਨ੍ਹਾਂ ਨੂੰ ਸੱਦਿਆ ਗਿਆ ਹੈ ਦਿੱਲੀ 13 ਨਵੰਬਰ ਨੂੰ ਮੀਟਿੰਗ ਦੇ ਲਈ। ਬਿਲਕੁਲ। ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ ਇਸ ਸੱਦੇ ਨੂੰ, ਤੇ ਕੀ ਕਿਸਾਨਾਂ ਦਾ ਆਉਣ ਵਾਲਾ ਅਗਲਾ ਕਦਮ ਕਿੱਦਾਂ ਵੇਖਦੇ ਹੋ? ਜੇ ਕਿਸਾਨ ਜਾਂਦੇ ਨੇ, ਨਹੀਂ ਜਾਂਦੇ ਨੇ, ਇਹਨਾਂ ਦੋਹਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ? ਦੇਖੋ, ਹੁਣ ਜਿਹੜੀ ਹੈ ਸੁਧਾਂਸ਼ੂ ਪਾਂਡੇ ਨੇ ਜਿਹੜੇ ਸਕੱਤਰ, ਉਹਨਾਂ ਵੱਲੋਂ ਚਿੱਠੀ ਭੇਜੀ ਗਈ ਹੈ। ਇਹ ਭਾਰਤ ਸਰਕਾਰ ਦੇ ਸਕੱਤਰ ਨੇ, ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਵੱਲੋਂ ਇਹ ਚਿੱਠੀ ਭੇਜੀ ਗਈ ਹੈ। ਇਹ 10/11 ਦੀ ਚਿੱਠੀ ਭੇਜੀ ਹੋਈ ਹੈ। ਅੱਜ ਚਿੱਠੀ ਭੇਜੀ ਹੈ ਕੇਂਦਰ ਦੀ ਸਰਕਾਰ ਨੇ, ਔਰ ਇਹਦੇ 'ਚ ਕੇਂਦਰ ਦੀ ਸਰਕਾਰ ਨੇ ਲਿਖਿਆ ਵੀ ਪਿਛਲੇ ਕਈ ਦਿਨਾਂ ਤੋਂ ਖੇਤੀ ਸੰਬੰਧੀ ਵਿਸ਼ਿਆਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਨੇ, ਔਰ ਭਾਰਤ ਸਰਕਾਰ ਦਾ ਖੇਤੀ ਮੰਤਰਾਲਾ ਹਮੇਸ਼ਾ ਕਿਸਾਨਾਂ ਦੀ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਰਿਹਾ ਤੇ ਇਸ ਕਰਕੇ ਦੇਸ਼ ਦੇ ਵਿੱਚ ਰੇਲ ਮੰਤਰਾਲਾ ਵੀ ਖਾਦ ਸਮੱਗਰੀ ਦੀ ਜਿਹੜੀ ਆਪੂਰਤੀ ਹੈ ਤੇ ਆਮ ਲੋਕਾਂ ਦਾ ਜਿਹੜਾ ਯਾਤਾਯਾਤ ਹੈ ਉਹਨੂੰ ਸੁਗਮ ਕਰਨਾ ਚਾਹੁੰਦਾ ਹੈ, ਉਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੁੰਦਾ ਹੈ। ਇਸ ਲਈ ਸਮੱਸਿਆਵਾਂ ਤੇ ਗੱਲਬਾਤ ਕਰਨ ਦੇ ਲਈ ਅਸੀਂ ਕਹਿੰਦੇ ਸੱਦਾ ਪੱਤਰ ਦਿੰਦੇ ਹਾਂ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ, ਉਹਨਾਂ ਦੋਨਾਂ ਦਾ ਨਾਮ ਚਿੱਠੀ 'ਚ ਲਿਖਿਆ। ਸੋ ਇਸ ਕਰਕੇ ਉਹਨਾਂ ਨੂੰ ਸੱਦਾ ਪੱਤਰ ਹੈ ਜਿਹੜਾ ਲਿਖਤੀ ਤੌਰ ਦੇ ਉੱਤੇ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਆ ਗਿਆ, ਜਿਸ ਤੋਂ ਬਾਅਦ ਮੈਂ ਸਮਝਦਾ ਕਿ ਸਾਡੇ ਜਿਹੜੇ ਕਿਸਾਨ ਨੇ ਇਹ ਹੁਣ 13 ਤਰੀਕ ਨੂੰ ਦਿੱਲੀ 'ਚ ਜਾਣਗੇ, ਮੀਟਿੰਗ ਹੋਊਗੀ। ਮੀਟਿੰਗ ਦਾ ਨਤੀਜਾ ਕੀ ਆਉਂਦਾ ਹੈ ਇਹ ਬੜਾ ਅਹਿਮ ਰਹੇਗਾ। ਔਰ ਮੈਨੂੰ ਇਹ ਲੱਗਦਾ ਕਿ ਸਾਡੇ ਕਿਸਾਨ 29 ਦੀਆਂ 29 ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਚਿੱਠੀ ਪਾਈ ਹੈ। ਮੈਨੂੰ ਲੱਗਦਾ ਸਭ ਨੂੰ ਜਾਣਾ ਚਾਹੀਦਾ ਕਿਉਂਕਿ ਉੱਥੇ ਉਹਨਾਂ ਨੇ, ਜਿਵੇਂ ਮੈਂ ਅੱਗੇ ਕਹਿੰਦਾ ਸੀ ਵੀ ਕੋਈ ਵੱਡਾ ਹਾਲ ਕਰ ਲੈਣਾ ਚਾਹੀਦਾ, ਸੋ ਉਹਨਾਂ ਨੇ, ਮੈਂ ਥਾਂ ਵੀ ਦੱਸ ਦਿੰਦਾ ਕਿਹੜੀ ਹੈ, ਚੰਗਾ ਹਾਲ ਕੀਤਾ ਉਹਨਾਂ ਨੇ। 11 ਵਜੇ ਉੱਥੇ ਹਾਲ ਨੰਬਰ 2 ਹੈ, ਪਹਿਲੀ ਮੰਜ਼ਿਲ ਤੇ ਵਿਗਿਆਨ ਭਵਨ ਨਵੀਂ ਦਿੱਲੀ। ਸੋ ਵਿਗਿਆਨ ਭਵਨ ਦੇ ਵਿੱਚ ਪਹਿਲੀ ਮੰਜ਼ਿਲ ਦੇ ਉੱਤੇ ਜਿਹੜਾ 2 ਨੰਬਰ ਹਾਲ ਹੈ, ਵੱਡਾ ਹਾਲ ਹੋਣਾ ਕਿਉਂਕਿ 29 ਜਥੇਬੰਦੀਆਂ ਦੇ ਸਾਡੇ ਲੋਕ ਨੇ, ਉੱਥੇ ਵੱਡੇ ਵੱਡੇ ਹਾਲ ਨੇ। ਸੋ ਉੱਥੇ ਮੀਟਿੰਗ ਹੋਊਗੀ, ਉੱਥੇ ਸੱਦਿਆ ਸਾਰਿਆਂ ਨੂੰ। ਹੁਣ ਜਾਂ ਤਾਂ ਮੰਤਰੀ ਉੱਥੇ ਆਣਗੇ ਮੈਨੂੰ ਲੱਗਦਾ ਮੰਤਰੀ ਸਾਰੇ। ਸੋ ਉੱਥੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਉਹਨਾਂ ਨੂੰ ਦੱਸਣਗੇ ਔਰ ਖੁੱਲ੍ਹ ਕੇ ਉੱਥੇ ਵਿਚਾਰ ਹੋਊਗੀ। ਉਸ ਤੋਂ ਬਾਅਦ ਨਤੀਜੇ ਦਾ ਇੰਤਜ਼ਾਰ ਰਹੂਗਾ। ਮੈਂ ਆਸ ਕਰਦਾ ਕਿ ਸਾਡੇ ਖੇਤੀਬਾੜੀ ਮੰਤਰੀ, ਰੇਲ ਮੰਤਰੀ ਤੇ ਰੱਖਿਆ ਮੰਤਰੀ ਸਮਝ ਜਾਣ ਕਿ ਪੰਜਾਬ ਦੇ ਕਿਸਾਨਾਂ ਦੀ ਅਸਲ ਦਿੱਕਤ ਕੀ ਹੈ। ਜਾਂ ਤਾਂ ਪੰਜਾਬ ਦੇ ਕਿਸਾਨਾਂ ਦੀ ਦਿੱਕਤ ਸਮਝ ਜਾਣ ਜਾਂ ਕਾਨੂੰਨ ਰੱਦ ਕਰ ਦੇਣ ਔਰ ਜਾਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਵਿੱਚ ਸ਼ਾਮਲ ਕਰ ਲੈਣ।
ਕਿ ਐਮਐਸਪੀ ਕਦੀ ਖਤਮ ਨਹੀਂ ਹੋਊਗਾ, ਲਗਾਤਾਰ ਵਧੂਗਾ ਸਮੇਂ ਮੁਤਾਬਕ, ਔਰ ਸਰਕਾਰੀ ਖਰੀਦ ਕਦੀ ਬੰਦ ਨਹੀਂ ਹੋਊਗੀ ਜੀ। ਅਗਰ ਤਾਂ ਇਹ ਤਿੰਨੇ ਮੰਤਰੀ ਨੇ ਇਹ ਗੱਲ ਜੋ ਸਮਝੇ, ਇਹ ਅਗਰ ਤਾਂ ਇਹ ਕਿਸਾਨਾਂ ਦੀ ਸਮੱਸਿਆ ਸਮਝ ਗਏ, ਪਹਿਲਾਂ ਤਾਂ ਆਹ ਗੱਲ ਹੈ ਵੀ ਕੀ ਇਹ ਕਿਸਾਨਾਂ ਦੀ ਸਮੱਸਿਆ ਸਮਝਦੇ ਆ, ਅਗਰ ਇਹ ਸਮਝ ਗਏ ਫਿਰ ਇਹ ਨਰਿੰਦਰ ਮੋਦੀ ਉਹਨਾਂ ਨੂੰ ਸਮਝਾ ਦੇਣ। ਅਗਰ ਫਿਰ ਨਰਿੰਦਰ ਮੋਦੀ ਵੀ ਸਮਝ ਗਏ ਫਿਰ ਹੱਲ ਨਿਕਲਿਆ, ਫਿਰ ਤਾਂ ਬੀਜੇਪੀ ਦੇ ਫੁੱਲ ਨੂੰ ਲੈ ਕੇ ਲੋਕ ਬੜੇ ਖੁਸ਼ ਹੋਣਗੇ ਤੇ ਲੱਡੂ ਨਾਲ ਮੂੰਹ ਮਿੱਠਾ ਕਰਾਉਣਗੇ, ਤੇ ਪੰਜਾਬ ਦੇ ਬੀਜੇਪੀ ਵਾਲਿਆਂ ਨੂੰ ਵੀ ਫਿਰ ਮੌਕਾ ਮਿਲ ਜੂਗਾ, 4 ਵੋਟਾਂ ਉਹ ਵੀ ਜਿੱਤ ਜਾਣਗੇ, 4 ਵੋਟਾਂ ਉਹਨਾਂ ਨੂੰ ਵੀ ਹੋਰ ਮਿਲ ਜਾਣਗੇ ਜੀ। ਜੇ ਨਾ ਕਰਾ ਸਕੇ ਫਿਰ ਇਹ ਮਾਮਲਾ ਜਿਹੜਾ ਅੰਦੋਲਨ ਦਾ ਵੱਧ ਸਕਦਾ ਹੈ। ਜੀ ਬਿਲਕੁਲ। ਸੋ ਡੱਲਾ ਸਾਹਿਬ ਇੱਕ ਪਾਸੇ ਜਿੱਥੇ ਕਹਿੰਦੇ ਕਿ ਸਿੱਧੂ ਸਾਹਿਬ ਨੂੰ ਕਾਂਗਰਸ ਪ੍ਰਧਾਨਗੀ ਦੀ ਜਾਂ ਡਿਪਟੀ ਸੀਐਮ ਦਾ ਅਹੁਦਾ ਦੇਣ ਨੂੰ ਤਿਆਰ ਹੈ, ਉਧਰ ਦੂਜੇ ਪਾਸੇ ਕਪਿਲ ਸ਼ਰਮਾ ਵੀ ਕਹਿੰਦੇ ਸਿੱਧੂ ਸਾਹਿਬ ਦੇ ਘਰੇ ਆ ਕੇ ਘੁੰਮ ਕੇ ਚਲੇ ਗਏ, ਤੇ ਉਮੀਦਾਂ ਇਹ ਵੀ ਨਹੀਂ ਕਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਸਿੱਧੂ ਸਾਹਿਬ ਜਾ ਸਕਦੇ ਨੇ। ਨਹੀਂ, ਦੇਖੋ ਮੈਨੂੰ ਇਹ ਲੱਗਦਾ ਕਿ ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਉਹਨਾਂ ਦੇ ਸ਼ੋਅ 'ਚ ਜਾਣਗੇ ਜੀ। ਬਾਕੀ ਜੇ ਚਲੇ ਵੀ ਜਾਣ ਉਹ ਤਾਂ ਇੱਕ ਦੇ ਦਿਨ 'ਚ ਹੀ ਸ਼ੂਟਿੰਗ ਦੇ ਦਿਨ ਹੁੰਦੇ ਨੇ। ਅੱਜ ਕੱਲ੍ਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਉਹ ਫਲਾਈਟ ਲੈ ਕੇ ਮੁੰਬਈ ਜਾ ਸਕਦੇ ਨੇ ਜਾਂ ਵਾਇਆ ਚੰਡੀਗੜ੍ਹ ਜਾ ਸਕਦੇ ਨੇ। ਨਵਜੋਤ ਸਿੰਘ ਸਿੱਧੂ ਲਈ ਇਹ ਮੈਨੇਜ ਕਰਨਾ ਕੋਈ ਔਖਾ ਨਹੀਂ। ਦੇਖੋ ਨਵਜੋਤ ਸਿੰਘ ਸਿੱਧੂ ਦਾ ਕਾਰੋਬਾਰ ਸੀ ਮੁੱਖ, ਹੁਣ ਨਵਜੋਤ ਸਿੰਘ ਸਿੱਧੂ ਦੀਆਂ ਫੈਕਟਰੀਆਂ ਤਾਂ ਚੱਲਦੀਆਂ ਨਹੀਂ, ਸਾਡੇ ਬਹੁਤ ਸਾਰੇ ਲੀਡਰਾਂ ਦੀਆਂ ਫੈਕਟਰੀਆਂ ਚੱਲਦੀਆਂ, ਇੱਥੋਂ ਤੱਕ ਵੀ ਹੈ ਕਈ ਲੀਡਰਾਂ ਨੇ ਹੋਰ ਕੰਮ ਧੰਦੇ ਆਪਣੇ ਸ਼ੁਰੂ ਕੀਤੇ ਆ। ਕਈ ਲੀਡਰ ਸਾਡੇ ਸ਼ਰਾਬ ਦੇ ਕੰਮ 'ਚ ਨੇ, ਸਿੱਧੇ ਅਸਿੱਧੇ ਰੂਪ 'ਚ, ਖੁੱਲ੍ਹ ਕੇ ਨਹੀਂ ਆਉਂਦੇ ਪਰ ਹੋਰ ਸਾਥੀ ਹੁੰਦੇ ਨਾਲ ਕੰਮ ਕਰਨ ਵਾਲੇ। ਸੋ ਸਾਡੇ ਬਹੁਤ ਸਾਰੇ ਲੀਡਰ ਟਰਾਂਸਪੋਰਟਰ ਨੇ, ਉਹਨਾਂ ਨੇ ਬੱਸਾਂ ਬੁੱਸਾਂ ਪਾ ਰੱਖੀਆਂ, ਕਈਆਂ ਦੇ ਹੋਟਲ ਨੇ ਜੀ, ਹੈ ਜੀ, ਕਈ ਹੋਰ ਤਰ੍ਹਾਂ ਦੇ ਕੰਮਾਂ 'ਚ ਵੀ ਹੋਣਗੇ। ਹੋਰ ਤਰ੍ਹਾਂ ਤੋਂ ਭਾਵ ਕਈ ਲੀਡਰ ਨੇ ਜਿਹੜੇ ਖੇਤੀਬਾੜੀ ਵੀ ਕਰਦੇ ਹੋਣਗੇ। ਬਿਲਕੁਲ। ਸੋ ਇਸ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਦਾ ਹੋਰ ਤਾਂ ਕੋਈ ਕੰਮ ਹੈ ਨਹੀਂ, ਟੈਲੀਵਿਜ਼ਨ 'ਚ ਬੈਠਣਾ ਪ੍ਰੋਗਰਾਮ 'ਚ, ਉਹ ਉਹਨਾਂ ਦਾ ਪ੍ਰੋਫੈਸ਼ਨ ਹੈ, ਖਿਡਾਰੀ ਰਹੇ ਨੇ ਜੀ। ਸੋ ਕਪਿਲ ਸ਼ਰਮਾ ਇਹ ਵੀ ਹੋ ਸਕਦਾ ਦੀਵਾਲੀ ਦੀਆਂ ਵਧਾਈਆਂ ਦੇਣ ਆਏ ਹੁਣ ਨਵਜੋਤ ਸਿੰਘ ਸਿੱਧੂ ਨੂੰ। ਉਂਝ ਕਪਿਲ ਸ਼ਰਮੇ ਵਾਲਾ ਸ਼ੋਅ ਹੈ ਜਿਹੜਾ ਉਹ ਸਿੱਧੂ ਤੋਂ ਬਿਨਾਂ ਫਿੱਕਾ ਲੱਗਦਾ ਜੀ, ਹੈ ਨੀ। ਬਹੁਮੁਖੀ ਸ਼ਖਸੀਅਤ ਹੈ, ਬਹੁਮੁਖੀ ਸ਼ਖਸੀਅਤ ਨੇ ਨਵਜੋਤ ਸਿੰਘ ਸਿੱਧੂ। ਸੋ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਜਦੋਂ ਉਸ ਪ੍ਰੋਗਰਾਮ 'ਚ ਹੁੰਦੀ ਸੀ, ਮੈਂ ਅਕਸਰ ਦੇਖਦਾ ਸੀ ਉਹਨੂੰ ਪ੍ਰੋਗਰਾਮ ਨੂੰ ਜੀ। ਸੋ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਉਹਦਾ ਸਵਾਦ ਘਟ ਗਿਆ, ਹੈ ਨੀ। ਜਿਵੇਂ ਸਾਗ 'ਚ ਮੱਖਣ ਨਾ ਪਿਆ ਹੋਵੇ ਜੀ, ਘਰ ਦਾ ਬਣਿਆ ਹੋਇਆ ਜੀ, ਉਹ ਸਵਾਦ ਜਾਂ ਨਹੀਂ ਆਉਂਦਾ। ਆ ਸਪਰੇਟੇ ਦੁੱਧ ਦੇ ਮੱਖਣ ਦਾ ਵੀ ਉਹੋ ਜਿਹੀ ਗੱਲਬਾਤ ਨਹੀਂ ਬਣਦੀ। ਸੋ ਹੁਣ ਜੇ ਕਪਿਲ ਸ਼ਰਮਾ, ਇਹ ਵੀ ਹੋ ਸਕਦਾ ਕਿ ਦੀਵਾਲੀ ਹੈ, ਕਪਿਲ ਸ਼ਰਮਾ ਜਲੰਧਰ ਆਏ ਹੁਣ, ਉਹਨਾਂ ਦਾ ਪਰਿਵਾਰ ਹੈ ਅੰਮ੍ਰਿਤਸਰ ਵੀ ਜੀ, ਔਰ ਰਿਸ਼ਤੇਦਾਰੀ ਹੈ ਉਹਨਾਂ ਦਾ ਸਾਰਾ ਘਰ ਜਲੰਧਰ ਹੈ ਹੁਣ ਤਾਂ ਜੀ। ਸੋ ਇਹ ਵੀ ਹੋ ਸਕਦਾ ਕਪਿਲ ਸ਼ਰਮਾ ਅੰਮ੍ਰਿਤਸਰ ਆਉਣ ਤੇ ਸਿੱਧੂ ਨੂੰ ਨਾ ਮਿਲਣ, ਇਹ ਵੀ ਔਖਾ ਹੈ। ਬਿਲਕੁਲ। ਸੋ ਇਹ ਹੋ ਸਕਦਾ ਕਿ ਰਸਮੀ ਮੁਲਾਕਾਤ ਹੋਵੇ, ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਗਏ ਨੇ। ਉਂਝ ਮੈਂ ਇੱਕ ਗੱਲ ਦੇਖੀ ਹੈ, ਕਪਿਲ ਸ਼ਰਮਾ ਦਾ ਸ਼ੋਅ ਸਿੱਧੂ ਦਾ ਨਾਂ ਲਏ ਬਿਨਾਂ ਚੱਲਦਾ ਨਹੀਂ ਜੀ। ਹਰ ਸ਼ੋਅ 'ਚ ਕਪਿਲ ਸ਼ਰਮਾ ਸਿੱਧੂ ਦਾ ਜ਼ਿਕਰ ਜ਼ਰੂਰ ਕਰ ਦਿੰਦੇ, ਜਿਵੇਂ ਸਾਡੇ ਵੀ ਪ੍ਰੋਗਰਾਮ 'ਚ ਕਿਤੇ ਨਾ ਕਿਤੇ ਸਿੱਧੂ ਦਾ ਨਾਂ ਵੜਿਆ ਹੁੰਦਾ ਜੀ। ਕਿਉਂਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿੱਧੂ ਦੀ ਸ਼ਮੂਲੀਅਤ, ਸਿੱਧੂ ਦੀ ਕੰਟਰੀਬਿਊਸ਼ਨ, ਸਿੱਧੂ ਦਾ ਵਿਜ਼ਨ, ਸਿੱਧੂ ਦੇ ਹੱਲ ਜੀ, ਉਹ ਪੰਜਾਬ ਦੀ ਸਿਆਸਤ ਨਾਲ ਸਿੱਧੂ ਦਾ ਜੜਾ, ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ 'ਚ ਸਿੱਧੂ ਨੂੰ ਜਿਹੜਾ ਰੱਬ ਦਾ ਆਸ਼ੀਰਵਾਦ ਮਿਲਿਆ, ਸਿੱਧੂ ਦੇ ਯਤਨ ਰਹੇ ਇਮਰਾਨ ਖਾਨ ਨਾਲ ਦੋਸਤੀ ਕਰਕੇ। ਜੀ। ਸੋ ਕਿਤੇ ਨਾ ਕਿਤੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ, ਕਿੰਨਾ ਕ੍ਰਿਕਟ ਖੇਡਿਆ ਨਵਜੋਤ ਸਿੰਘ ਸਿੱਧੂ। ਸੋ ਕਿਤੇ ਨਾ ਕਿਤੇ ਸਾਡੇ ਪ੍ਰੋਗਰਾਮ 'ਚ ਵੀ ਸਿੱਧੂ ਦਾ ਜ਼ਿਕਰ ਹੋ ਜਾਂਦਾ ਜੀ। ਕੁਝ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ, ਜਿਵੇਂ ਕੇਜਰੀਵਾਲ ਦਾ ਵੀ ਜ਼ਿਕਰ ਹੋ ਜਾਂਦਾ, ਕਿਤੇ ਕੋਈ ਕਰਪਸ਼ਨ ਦੀ ਗੱਲ ਆਵੇ, ਮਾਫੀ ਦੀ ਗੱਲ ਆਵੇ, ਜਾਂ ਦਿੱਲੀ 'ਚ ਚੰਗੇ ਕੰਮ ਦੀ ਗੱਲ ਆਵੇ, ਜਾਂ ਹੁਣ ਕਹਿੰਦੇ ਪਰਾਲੀ ਦਾ ਘੋਲ ਕੱਢ ਲਿਆ ਉਹਦੀ ਗੱਲ ਆਵੇ, ਕੇਜਰੀਵਾਲ ਦਾ ਵੀ ਜ਼ਿਕਰ ਹੋ ਜਾਂਦਾ ਹੈ, ਮੋਦੀ ਸਾਹਿਬ ਦਾ ਵੀ ਜ਼ਿਕਰ ਹੋ ਜਾਂਦਾ, ਕੈਪਟਨ ਅਮਰਿੰਦਰ ਦਾ ਵੀ ਆਨੇ ਬਹਾਨੇ ਹੋ ਜਾਂਦਾ। ਸੋ ਕੁਝ ਸ਼ਖਸੀਅਤਾਂ ਪੋਲੀਟੀਕਲ ਇਹੋ ਜਿਹੀਆਂ ਹੁੰਦੀਆਂ ਨੇ ਕਿ ਉਹ ਟੈਲੀਵਿਜ਼ਨਾਂ 'ਚ ਉਹਨਾਂ ਦਾ ਜ਼ਿਕਰ ਹੁੰਦਾ ਹੀ ਹੁੰਦਾ ਜੀ, ਹੈ ਗਗਨ। ਇਸ ਕਰਕੇ ਕਪਿਲ ਦਾ ਆਉਣਾ, ਹਾਂ ਜੇ ਸਿੱਧੂ ਉਸ ਸ਼ੋਅ 'ਚ ਚਲੇ ਵੀ ਜਾਣ ਕੋਈ ਨੁਕਸਾਨ ਨਹੀਂ, ਪਰ ਮੈਨੂੰ ਲੱਗਦਾ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਉਹਨਾਂ ਕੋਲੇ ਇੰਨਾ ਸਮਾਂ ਹੋਣਾ ਨਹੀਂ, ਕਿਉਂਕਿ ਪੰਜਾਬ ਦੀਆਂ ਚੋਣਾਂ ਆਉਣ ਵਾਲੀਆਂ ਨੇ। ਬਾਕੀ ਸ਼ੂਟਿੰਗ ਇੱਕ ਅੱਧੇ ਦਿਨ 'ਚ 3-3 4-4 ਐਪੀਸੋਡ ਹੋ ਜਾਂਦੇ ਆ ਜੀ। ਅਸੀਂ ਵੀ ਕਈ ਵਾਰੀ ਕਰ ਦਈਦਾ, ਇੱਕ ਦਿਨ 'ਚ 2 ਐਪੀਸੋਡ ਰਿਕਾਰਡ ਕਰ ਦਈਦੇ, 3-3 ਕਰ ਦਈਦੇ। ਬਿਲਕੁਲ। ਦੀਵਾਲੀ ਤੋਂ ਪਹਿਲਾਂ ਅਸੀਂ ਇੱਕ ਦਿਨ 'ਚ ਹੀ ਕਰ ਦੇਣੇ 2-3 ਜੀ, ਤਾਂ ਕਿ ਦੀਵਾਲੀ ਵਾਲੇ ਦਿਨ ਥੋੜ੍ਹਾ ਜਿਹਾ ਅਸੀਂ ਚਲੋ ਪਰਿਵਾਰਾਂ 'ਚ ਜਾ ਸਕੀ। ਬਿਲਕੁਲ। ਤੇ ਡੇਰਾ ਸਾਹਿਬ ਉਧਰ ਸ਼ੰਭੂ ਮੋਰਚਾ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਉਦੋਂ ਤੋਂ ਚੱਲ ਰਿਹਾ, ਉਸ ਸ਼ੰਭੂ ਮੋਰਚੇ ਦੇ ਵਿੱਚ ਜੇ ਪਰਮਿੰਦਰ ਢੀਂਡਸਾ ਹੋਣੀ ਪਹੁੰਚੇ ਨੇ ਤੇ ਉਹਨਾਂ ਨੇ ਵੀ ਅੱਗੇ ਕਹਿੰਦੇ ਵੱਖਰੇ ਕਿਸਮ ਦੀਆਂ ਗੱਲਾਂ ਕਹੀਆਂ ਨੇ, ਤੇ 26 ਤਰੀਕ ਨੂੰ ਕਹਿੰਦੇ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਦਿੱਲੀ ਜਾਵਾਂਗੇ। ਦੇਖੋ ਦਿੱਲੀ ਜਾਣਾ ਸਾਰੇ ਸਾਡੇ ਕਿਸਾਨਾਂ ਨੇ 26 ਤੇ 27 ਨੂੰ, 26-27 ਨਵੰਬਰ ਨੂੰ, ਤੇ ਪਰਮਿੰਦਰ ਢੀਂਡਸਾ ਵੀ ਅੱਜ ਸ਼ੰਭੂ ਮੋਰਚਾ 'ਚ ਪਹੁੰਚਿਆ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਗਿਆ ਸੀ, ਸਿਮਰਜੀਤ ਬੈਂਸ ਗਿਆ ਸੀ। ਜਾਣਾ ਚਾਹੀਦਾ ਸਾਰਿਆਂ ਨੂੰ। ਮੈਂ ਤਾਂ ਕਹਿੰਦਾ ਭਗਵੰਤ ਮਾਨ ਉਹਨਾਂ ਨੂੰ ਚਾਹੀਦਾ ਕਿ ਅਰਵਿੰਦ ਕੇਜਰੀਵਾਲ ਨੂੰ ਬੁਲਾਉਣ ਸ਼ੰਭੂ ਮੋਰਚੇ 'ਚ। ਜੀ, ਹਾਂਜੀ, ਬਿਲਕੁਲ। ਅਰਵਿੰਦ ਕੇਜਰੀਵਾਲ ਨੇ ਵੀ ਤਾਂ ਵੋਟਾਂ ਪੰਜਾਬ 'ਚੋਂ ਲਈਆਂ ਨੇ। ਆ ਕੱਲ ਬੀਬੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਅਨਮੋਲ ਗਗਨ ਮਾਨ,
ਕਹਿੰਦੇ ਮੈਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੇ ਉੱਥੇ ਸਾਨੂੰ ਕਿਹਾ ਕਿ ਸਾਡੀ ਸਰਕਾਰ ਆ ਗਈ ਤੇ ਅਸੀਂ ਤੁਰੰਤ ਸਾਰੀਆਂ ਫਸਲਾਂ ਤੇ MSP ਦੇ ਦਿਆਂਗੇ ਜੀ। ਅਨਮੋਲ ਗਗਨ ਮਾਨ ਨੂੰ ਚਾਹੀਦਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਇੱਕ ਯੋਜਨਾ ਮੰਗਣ। ਮੈਂ ਕੱਲ ਵੀ ਕਿਹਾ ਸੀ ਜੀ। ਅਤੀ ਉਤਸ਼ਾਹ ਦੇ ਨਾਲ ਸਿਆਸਤ ਕਰਨ ਨਾਲ ਪੰਜਾਬ ਦਾ ਨੁਕਸਾਨ ਹੋਣਾ ਹੈ ਜੀ। ਵੀ ਮੈਂ ਦੇਖਿਆ ਕੱਲ ਬਹੁਤ ਜ਼ਿਆਦਾ ਉਤਸ਼ਾਹੀ ਹੋ ਗਈ ਗਗਨ ਮਾਨ। ਬਿਲਕੁਲ। ਕਹਿੰਦੇ ਕੈਪਟਨ ਅਮਰਿੰਦਰ ਹੁਣ ਅਸਤੀਫਾ ਦੇ ਦੇਣ, ਅਸੀਂ MSP ਸਾਰਿਆਂ ਦੀ ਲਾਗੂ ਕਰ ਦਿਆਂਗੇ। 5 ਮਿੰਟਾਂ 'ਚ MSP ਸਾਰਿਆਂ ਦੀ ਲਾਗੂ ਕਰ ਦਿਆਂਗੇ। ਕਹਿੰਦੇ ਕਿੱਥੋਂ ਕਰ ਦਿਓਗੇ? ਪੈਸਾ ਕਿੱਥੇ ਹੈ ਪੰਜਾਬ ਕੋਲੇ? ਕਹਿੰਦੇ ਪੰਜਾਬ 'ਚ ਬਹੁਤ ਪੈਸਾ ਹੈ। ਕਿੱਥੇ ਪੈਸਾ ਹੈ ਪੰਜਾਬ 'ਚ? ਲੋਕਾਂ ਕੋਲੋਂ ਲੈਣਾ ਪੈਸਾ। ਅੱਗੇ ਕਿੰਨੇ ਟੈਕਸ ਨੇ? ਕੇਂਦਰ ਕੋਲੇ ਸਾਡਾ ਪੈਸਾ ਪਿਆ ਹੈ ਔਰ 150 ਲੱਖ ਮੀਟ੍ਰਿਕ ਟਨ ਘੱਟੋ ਘੱਟ ਝੋਨਾ ਤੇ ਕਣਕ ਦੀ ਪੈਦਾਵਾਰ ਹੈ ਕਰਮਵਾਰ। ਔਰ ਕੇਂਦਰ ਵੱਲੋਂ ਸਾਨੂੰ ਕਦੀ 20,000 ਕਰੋੜ, ਕਦੀ 30,000 ਕਰੋੜ, ਇਸ ਵਾਰ 36,000 ਕਰੋੜ ਕੈਸ਼ ਕ੍ਰੈਡਿਟ ਲਿਮਿਟ ਹੈ। ਕੈਸ਼ ਕ੍ਰੈਡਿਟ ਲਿਮਿਟ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ 35-36 ਹਜ਼ਾਰ ਐਤਕੀ ਝੋਨਾ ਖਰੀਦਣ ਤੇ ਕੇਂਦਰ ਤੋਂ ਸੂਬਾ ਲੈ ਸਕਦਾ ਸੀ ਜੀ। ਸੋ 35-36 ਹਜ਼ਾਰ ਪੰਜਾਬ ਕੋਲੇ 35-36 ਹਜ਼ਾਰ ਕਰੋੜ ਰੁਪਇਆ ਜੇ ਪੰਜਾਬ ਕੋਲੇ ਆ ਜੇ ਤੇ ਫਿਰ ਤੁਹਾਨੂੰ ਹਰ 6 ਮਹੀਨਿਆਂ 'ਚ ਚਾਹੀਦਾ। ਕਣਕ ਵੀ ਚੱਕਣੀ, ਤੁਸੀਂ ਝੋਨਾ ਵੀ ਚੱਕਣਾ ਜੀ। ਪੰਜਾਬ ਕਿੱਥੋਂ ਚੱਕ ਲੂਗਾ? ਤੇ ਬਾਕੀ ਫਸਲਾਂ ਦੀ MSP ਵੀ। ਇਸ ਕਰਕੇ ਇਹਦੀ ਯੋਜਨਾ ਬਣੂ। ਅਸੀਂ ਕਰ ਸਭ ਕੁਝ ਸਕਦੇ ਹਾਂ। ਅਸੀਂ ਆਪਣੇ ਉਤਪਾਦਨ, ਜ਼ਰੂਰੀ ਨਹੀਂ ਕਿ ਪੰਜਾਬ ਦੀ ਸਰਕਾਰ ਸਾਰੀਆਂ ਵਸਤਾਂ ਤੇ MSP ਲਾ ਕੇ ਆਪ ਹੀ ਚੱਕੇ। ਪੰਜਾਬ ਦੀ ਸਰਕਾਰ ਕਾਨੂੰਨ ਬਣਾਵੇ ਕਿ ਸਾਰੀਆਂ ਵਸਤਾਂ ਤੇ ਅਸੀਂ ਹੌਲੀ ਹੌਲੀ MSP ਲਾਵਾਂਗੇ। ਅਸੀਂ ਮੰਡੀਕਰਨ ਦਾ ਪ੍ਰਬੰਧ ਕਰਕੇ ਦੇਵਾਂਗੇ। ਜੇ ਪੰਜਾਬ ਤੋਂ ਬਾਹਰੋਂ ਕਿਸੇ ਨੇ ਖਰੀਦਣ ਆਉਣਾ ਹੈ, ਅਸੀਂ ਉਹਦੇ ਲਈ ਜ਼ਰੀਆ ਬਣਾਂਗੇ। ਸੋ ਉਹ ਚੀਜ਼ਾਂ ਨੇ। ਸੋ ਇਸ ਕਰਕੇ ਅਨਮੋਲ ਗਗਨ ਮਾਨ ਚਲੋ ਹਜੇ ਨਵੇਂ ਨੇ, 4-5 ਮਹੀਨੇ ਹੀ ਸਿਆਸਤ 'ਚ ਹੋਏ, ਮੈਨੂੰ ਲੱਗਦਾ ਹੋਏ ਨੇ ਅਨਮੋਲ ਗਗਨ ਮਾਨ ਨੂੰ। ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣਗੇ। ਸੋ ਪਰ ਬਲਾਈਂਡਲੀ ਮੈਂ ਕਹਿੰਦਾ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਹੈ ਨਾ, ਆਮ ਆਦਮੀ ਪਾਰਟੀ 'ਚ ਸਾਡੇ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੌਕਾ ਮਿਲ ਰਿਹਾ, ਬਲਾਈਂਡਲੀ ਅੱਖਾਂ ਬੰਦ ਕਰਕੇ ਤਾਂ ਗੱਲ ਦਿੱਲੀ ਵਾਲਿਆਂ ਦੀ ਨਾ ਮੰਨੋ ਜੀ। ਦਿੱਲੀ ਵਾਲੇ ਨੂੰ ਕਹੋ ਪਹਿਲਾਂ ਸਾਨੂੰ ਯੋਜਨਾ ਦਿਓ, ਪਲਾਨ ਦਿਓ। ਤੁਸੀਂ ਤਾਂ ਮਜੀਠੀਏ ਦੇ ਬੋਰਡ ਲਵਾਤੇ ਸੀ, ਮੈਂ ਰੋਜ਼ ਕਹਿ ਦਿੰਦਾ ਹੁਣ ਬਿਲਕੁਲ ਵੀ ਬਾਅਦ 'ਚ ਮਾਫੀ ਮੰਗ ਲਈ। ਇਸ ਕਰਕੇ ਇਹ ਨਾ ਹੋਵੇ ਕਿ ਕੱਲ੍ਹ ਨੂੰ ਜਿਹੜੇ ਮੂਹਰੇ ਪੰਜਾਬੀ ਲੱਗੇ ਆ ਉਹ ਮਾਫੀਆਂ ਮੰਗਦੇ ਫਿਰਨ ਜੀ। ਇਸ ਕਰਕੇ ਯੋਜਨਾ ਲਓ। ਕੇਜਰੀਵਾਲ ਨੂੰ ਕਹੋ ਯੋਜਨਾ ਦਿਓ। ਪੰਜਾਬ 'ਚ ਕਿੱਥੋਂ ਕੇਜਰੀਵਾਲ ਸਰਕਾਰ ਮਿਲ ਗਈ ਤੇ ਤੁਰੰਤ MSP ਸਾਰੀਆਂ ਫਸਲਾਂ ਤੇ ਲਾ ਦਿਓ। ਕੇਜਰੀਵਾਲ ਨੂੰ ਤਾਂ ਮੈਨੂੰ ਲੱਗਦਾ ਹਜੇ ਇਹ ਵੀ ਨਹੀਂ ਪਤਾ ਹੋਣਾ ਪੰਜਾਬ 'ਚ ਬੀਜਿਆ ਕੀ ਜਾਂਦਾ ਜੀ। ਹੈ ਜੀ। ਸਰਕਾਰੀ ਤੌਰ ਤੇ 23 ਕੁ ਫਸਲਾਂ ਨੇ ਜਿਨ੍ਹਾਂ ਤੇ MSP ਹੈ। ਸਾਰਿਆਂ ਦੀ MSP ਤਾਂ ਮਿਲਦੀ ਹੋਈ ਨਹੀਂ। ਕੇਂਦਰ ਹੀ ਨਹੀਂ ਸਾਰੀਆਂ ਫਸਲਾਂ MSP ਤੇ ਚੱਕਦਾ, ਸੂਬਾ ਕਿੱਥੋਂ ਚੱਕ ਲੂ? ਬਿਲਕੁਲ। ਸੋ ਇਸ ਕਰਕੇ ਇਹਦੇ ਲਈ ਕਾਨੂੰਨ ਬਣਾਉਣੇ ਪੈਣੇ, ਮਿਹਨਤ ਕਰਨੀ ਪੈਣੀ, ਖਰੜੇ ਬਣਨਗੇ, ਕਮੇਟੀਆਂ ਬਣਨਗੀਆਂ। ਇੱਕ ਦਿਨ 'ਚ ਹੋਣ ਵਾਲਾ ਕੰਮ ਨਹੀਂ। ਇਸ ਕਰਕੇ ਜਿਹੜੇ ਨਵੇਂ ਲੀਡਰ ਨੇ ਹੌਲੀ ਹੌਲੀ ਚਲੋ ਉਹਨਾਂ ਨੂੰ ਵੀ ਜਾਗਰੂਕਤਾ ਆਉਂਦੀ ਜਾਊਗੀ ਸਮੇਂ ਦੇ ਨਾਲ ਜੀ। ਬਾਕੀ ਪਰਮਿੰਦਰ ਢੀਂਡਸਾ ਉੱਥੇ ਗਏ ਨੇ। ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਨੰਬਰ 2, ਕੱਲਾ ਅਸੀਂ ਇਹ ਕਹੀਏ ਵੀ ਸਾਰਾ ਕੁਝ ਅਸੀਂ ਪੰਜਾਬ ਵਾਲੀ MSP ਲਾ ਕੇ ਕਾਨੂੰਨ ਬਣਾ ਕੇ ਚੱਕ ਦਿਆਂਗੇ। ਕੇਂਦਰ ਵੀ ਆਪਣਾ ਹੀ ਹੈ, ਬੇਗਾਨਾ ਮੁਲਕ ਥੋੜੀ ਹੈ। ਤੇ ਕੇਂਦਰ ਵੀ ਜੇ ਸਾਡਾ ਕਣਕ ਝੋਨਾ ਚੱਕਦਾ ਹੈ ਤੇ ਸਾਡੇ ਟੈਕਸਾਂ ਦਾ ਪੈਸਾ ਵੀ ਤਾਂ ਕੇਂਦਰ ਕੋਲੇ ਜਾਂਦਾ। ਕੇਂਦਰ ਵਾਲੇ ਕਿਹੜਾ ਕਿਸੇ ਦੂਜੇ ਮੁਲਕ ਤੋਂ ਪੈਸਾ ਲਿਆਉਂਦੇ ਆ ਜੀ। ਹੈ ਜੀ। ਜਿਹੜਾ ਪੈਸਾ ਕੇਂਦਰ ਪੰਜਾਬ ਤੇ ਲਾਉਂਦਾ ਹੈ, ਪੰਜਾਬ 'ਚੋਂ ਵੀ ਤਾਂ ਟੈਕਸਾਂ ਦੀ ਕਲੈਕਸ਼ਨ ਹੁੰਦੀ ਹੈ ਨਾ। ਨਾਲੇ ਝੋਨਾ ਜਿਹੜਾ ਉਹ ਲੈ ਜਾਂਦੇ ਆ ਸਾਨੂੰ ਕੈਸ਼ ਕ੍ਰੈਡਿਟ ਲਿਮਿਟ ਦੇ ਬਦਲੇ, ਉਹ ਕਿਹੜਾ ਸਾਰਾ ਫ੍ਰੀ ਵੰਡਦੇ ਆ ਜੀ। ਉਹ ਜਿਹੜੇ ਸੂਬੇ ਨੂੰ ਲੋੜ ਹੈ ਕੇਂਦਰੀ ਸਕੀਮਾਂ 'ਚ ਉਸ ਹਿਸਾਬ ਨਾਲ ਦਿੱਤਾ ਜਾਂਦਾ ਉਹ, ਤੇ ਪ੍ਰਾਈਵੇਟ ਲੋਕ ਵੀ ਲੈ ਕੇ ਜਾਂਦੇ ਆ। ਇਸ ਕਰਕੇ ਇਹ ਵਪਾਰ ਹੈ। ਸੋ ਜਿਹੜੀ ਆ ਗੱਲ ਹੁਣ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਖੇਤੀ ਵਸਤਾਂ ਤੇ ਵੀ ਸਾਡੀ ਸਰਕਾਰ ਆ ਗਈ ਅਸੀਂ ਸਾਰਿਆਂ ਤੇ ਲਾ ਦਾਂਗੇ, ਇਹਦਾ ਪਲਾਨ ਲੈ ਕੇ ਆਓ, ਏਜੰਡਾ ਲੈ ਕੇ ਆਓ। ਨਹੀਂ ਤਾਂ ਇਹ ਤੁਹਾਡੇ ਆਮ ਆਦਮੀ ਪਾਰਟੀ ਦੇ ਉਲਟ ਪੈ ਸਕਦੀ ਹੈ। ਕਿਉਂਕਿ ਪੰਜਾਬ ਦੇ ਕਿਸਾਨ ਬੜੇ ਜਾਗਰੂਕ ਨੇ ਜੀ। ਜੇ ਕਿਸਾਨਾਂ ਅੱਗੇ ਜਾ ਕੇ ਕਿਸੇ ਨੇ ਇਹ ਭਾਸ਼ਣ ਕਰਤਾ ਨਾ ਆਮ ਆਦਮੀ ਪਾਰਟੀ ਵਾਲੇ ਨੇ, ਕਿਸਾਨਾਂ ਨੇ ਨਾਰਾਜ਼ ਹੋ ਜਾਣਾ। ਬਿਲਕੁਲ। ਉਹਨਾਂ ਨੇ ਕਹਿਣਾ ਯੋਜਨਾ ਲਿਆਓ ਕੇਜਰੀਵਾਲ ਸਾਹਿਬ। ਸੋ ਇਸ ਕਰਕੇ ਯੋਜਨਾ ਲੈ ਕੇ ਆਓ। ਆਮ ਆਦਮੀ ਪਾਰਟੀ ਵਾਲਿਆਂ ਤੋਂ ਬੜੀਆਂ ਆਸਾਂ ਸਾਨੂੰ ਤੁਹਾਡੇ ਮਾਗੀ ਦੀ ਰੈਲੀ ਦੀ ਭੀੜ ਹਜੇ ਤੱਕ ਨਹੀਂ ਭੁੱਲੀ ਜੀ। ਉਹ ਤੋਂ ਬਾਅਦ ਤੁਸੀਂ ਖਿੰਡ ਗਏ, ਲੋਕ ਨਹੀਂ ਪੰਜਾਬ ਦੇ ਖਿੰਡੇ ਲੋਕ ਤਾਂ ਫਿਰ ਤੁਹਾਨੂੰ 19-20 ਸੀਟਾਂ ਦੇ ਗਏ। ਬਿਲਕੁਲ। ਹੁਣ ਵੀ ਦੇ ਜਾਣਗੇ ਜੇ ਮਿਹਨਤ ਕਰਦੇ ਰਹੋਗੇ। ਨਹੀਂ ਤਾਂ ਫਿਰ ਹੋਰ ਬਹੁਤ ਪਾਰਟੀਆਂ ਸਮੇਂ-ਸਮੇਂ ਤੇ ਪੰਜਾਬ 'ਚ ਆਈਆਂ ਜੀ, ਬਾਅਦ 'ਚ ਨਹੀਂ ਰਹੀਆਂ। ਆ PDA ਦੇਖ ਲਓ, ਹੁਣ ਪਤਾ ਨਹੀਂ ਕਿੱਥੇ ਗਿਆ। ਬਿਲਕੁਲ। ਸ਼ਾਇਦ ਹੋਵੇ PDA, ਸਾਨੂੰ ਨਾ ਦਿਖਦਾ ਹੋਵੇ, ਲੋਕ ਕੇ ਕੰਮ ਕਰਦੇ ਹੋਣ ਜੀ। ਹਾਂ, ਕੋਈ ਸੀਕ੍ਰੇਟ ਮੀਟਿੰਗਾਂ ਵੀ ਪਿੱਛੇ ਜੇ ਰਿਵਾਜ ਚੱਲਿਆ ਸੀ, ਉਦੋਂ ਕਹਿੰਦੇ ਜੀ ਅਸੀਂ ਚੁੱਪ-ਚਪੀਤੇ ਮੀਟਿੰਗ ਕੀਤੀ ਸੀ PDA ਦੀ ਜੀ। ਉਦੋਂ ਰਿਵਾਜ ਸੀ।
ਸੋ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 13 ਤਰੀਕ ਦੇ ਉੱਤੇ ਪੰਜਾਬ ਦੇ ਹਰ ਬੱਚੇ ਦੀ, ਹਰ ਇੱਕ ਵਿਅਕਤੀ ਦੀ ਨਜ਼ਰ ਰਹੇਗੀ, ਕਿਉਂਕਿ 13 ਤਰੀਕ ਦੀ ਹੋਣ ਵਾਲੀ ਬੈਠਕ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਬੈਠਕ ਤੇ ਸਾਰਥਕ ਹੋਣ ਦੀ ਉਮੀਦ ਵੀ ਅਸੀਂ ਸਾਰੇ ਕਰਦੇ ਹਾਂ ਕਿ ਇਸ ਬੈਠਕ ਤੇ ਕੋਈ ਨਤੀਜੇ ਨਿਕਲਣ, ਕਿ ਅਸੀਂ ਵੀ ਕਿਸੇ ਸਾਰਥਕ ਚੀਜ਼ ਦੇ ਨਾਲ ਇੱਥੇ ਬੈਠ ਕੇ ਗੱਲਬਾਤ ਕਰੀਏ ਤੇ ਕਹੀਏ ਕਿ ਕਿਸਾਨ ਮੀਟਿੰਗਾਂ ਦੇ ਵਿੱਚ ਕਿਸਾਨਾਂ ਦੇ ਹੱਲ ਜ਼ਰੂਰ ਨਿਕਲਿਆ। ਸੋ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ।